हाँ जी, सत श्री अकाल जी साਰਿਆਂ ਨੂੰ। पंजाब मेड भी तुहाडा बहुत बहुत स्वागत करते हैं ते अज गल करांगे प्लेन हाईजैक बारे। इससे पहले अगवाशुदा तैयारे के 255 मुसाफिरों को तकरीबन 18 घंटे तक हाईजैकरों के हाथों जहाज में बंद रहने के बाद रिहाई मिली। वो हाईजैकर्स ने ये प्लेन हाईजैक किया, बट द हाईजैकर्स वर वेरी स्वीट एंड दे ट्रीटेड अस वेरी नाइसली। सब उन्होंने हमको सहूलियत दी, तो उन्होंने हमें अपनी तरफ से जितनी उनसे कोशिश हो सकती थी उन्हें हमें बहुत अच्छी तरह ट्रीट किया। सो जहाज नूं हाईजैक करन वालियां कहानियां खबरां तुसीं बहुत सुणीਆਂ ਹੋਣਗੀਆਂ, पर जो अज आपां गल करन वाले आ ਇਹ बाकी ਸਾਰੀਆਂ ਨਾਲੋਂ ਵੱਖਰੀ ਹੈ। ਕਿਵੇਂ ਇੱਕ ਬੰਦੇ ਨੇ ਸਿਰਫ 2 ਸੰਤਰਿਆਂ ਨਾਲ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ ਤੇ ਕਿਉਂ ਕੀਤਾ ਸੀ। ਅੱਜ ਜੋ ਤੁਹਾਨੂੰ ਕਿੱਸਾ ਸੁਣਾਉਣ ਵਾਲੇ ਆ ਉਹ 1981 ਅੰਮ੍ਰਿਤਸਰ ਪਲੇਨ ਹਾਈਜੈਕ ਦਾ ਹੈ, ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ। ਤੇ ਇਹ ਪਲੇਨ ਹਾਈਜੈਕ ਕਿਵੇਂ ਹੋਇਆ, ਇਸ ਬਾਰੇ ਜਾਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਬਿਨਾਂ ਕਿਸੇ ਹਥਿਆਰ ਤੋਂ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ, ਤੇ ਉਹ ਵੀ ਸਰਕਾਰ ਨੂੰ ਦਿਖਾਉਣ ਲਈ ਕਿ ਇਦਾਂ भी हो सकता है। दिल्ली आ रहे इंडियन एयरलाइंस के विमान का आज अपहरण कर लिया गया है। We have evidence to show that hijackers were ਸੋ ਜੇਕਰ ਤੁਸੀਂ ਇਹ ਵੀਡੀਓ ਨੂੰ ਲਾਸਟ ਤੱਕ ਦੇਖਦੇ ਹੋ ਤਾਂ ਤੁਹਾਨੂੰ ਬਹੁਤ ਕੁਝ ਨਵਾਂ ਜਾਣਨ ਨੂੰ ਮਿਲੇਗਾ। ਸੋ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਸ਼ਹਿਰ ਜਲੰਧਰ ਤੋਂ, ਜਿੱਥੋਂ ਦੇ ਮਾਡਲ ਟਾਊਨ ਦੇ ਗੁਰਦੁਆਰੇ ਦੇ ਬਾਹਰ ਤੇਜਿੰਦਰਪਾਲ ਸਿੰਘ ਦੀ ਦੁਕਾਨ ਸੀ ਤੇ ਉੱਥੋਂ ਉਹ ਕੜੇ, ਰੁਮਾਲ ਤੇ ਹੋਰ ਇਸ ਤਰ੍ਹਾਂ ਦਾ ਸਮਾਨ ਵੇਚਦੇ ਸੀ। ਤੇਜਿੰਦਰਪਾਲ ਦੀ ਕਹਾਣੀ 7 ਸਤੰਬਰ 1981 ਤੋਂ ਸ਼ੁਰੂ ਹੁੰਦੀ ਹੈ ਤੇ ਉਦੋਂ ਇਹ 29 ਸਾਲ ਦੇ ਸੀ ਤੇ ਉਸ ਸਮੇਂ ਇਹਨਾਂ ਦਾ ਵਿਆਹ ਹੋ ਗਿਆ ਸੀ ਤੇ ਕੁਝ ਦਿਨ ਪਹਿਲਾਂ ਹੀ ਇਹਨਾਂ ਦੇ ਘਰ ਬੇਟੇ ਦਾ ਜਨਮ ਹੋਇਆ। ਤੇ ਉਸ ਤੋਂ ਬਾਅਦ ਤੇਜਿੰਦਰਪਾਲ ਨੇ ਮਾਡਲ ਟਾਊਨ ਵਿੱਚ ਹੀ ਇੱਕ ਕਿਤਾਬਾਂ ਦੀ ਦੁਕਾਨ ਖੋਲੀ ਤੇ ਉੱਥੋਂ ਦੇ ਆਸ-ਪਾਸ ਦੇ ਲੋਕਾਂ ਨੂੰ ਬੁਲਾ ਕੇ ਉਦਘਾਟਨ ਵਾਲੇ ਦਿਨ ਖਾਣ ਪੀਣ ਦਾ ਪ੍ਰੋਗਰਾਮ ਵੀ ਰੱਖਿਆ ਤੇ ਉਹ ਬਹੁਤ ਖੁਸ਼ ਹੋ ਕੇ ਆਪਣੇ ਰੋਜ਼ਗਾਰ ਨੂੰ ਸ਼ੁਰੂ ਕਰ ਰਿਹਾ ਸੀ। ਤੇ ਇੰਨੇ ਵਿੱਚ ਹੀ ਉੱਥੇ ਇੱਕ ਬੰਦਾ ਆਇਆ ਤੇ ਉਸਨੇ ਤੇਜਿੰਦਰ ਦੇ ਕੰਨ ਵਿੱਚ ਕੁਝ ਕਿਹਾ ਕਿ ਅਚਾਨਕ ਹੀ ਤੇਜਿੰਦਰ ਨੇ ਸਾਰੇ ਲੋਕਾਂ ਨੂੰ ਆਪਣੀ ਦੁਕਾਨ ਤੋਂ ਬਾਹਰ ਭੇਜ ਕੇ ਦੁਕਾਨ ਨੂੰ ਤਾਲਾ ਲਗਾ ਦਿੱਤਾ, ਜਿਸ ਤੋਂ ਬਾਅਦ ਉਹ ਤਾਲਾ ਲਾ ਕੇ ਉੱਥੋਂ ਚਲੇ ਜਾਂਦੇ ਨੇ। ਸੋ ਉਹ ਬੰਦੇ ਨੇ ਅਜਿਹਾ ਕੀ ਕਿਹਾ ਹੋਵੇਗਾ ਕਿ ਉਹ ਦੁਕਾਨ ਬੰਦ ਕਰਕੇ ਹੀ ਉੱਥੋਂ ਚਲੇ ਗਏ। ਇਸ ਬਾਰੇ ਤਾਂ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ, ਪਰ 29 ਸਤੰਬਰ ਨੂੰ ਤੇਜਿੰਦਰ ਅੰਮ੍ਰਿਤਸਰ ਦੇ 에ਅਰਪੋਰਟ ਤੇ ਦਿਖਾਈ ਦਿੰਦੇ ਨੇ ਤੇ ਉਹਨਾਂ ਦੇ 4 ਸਾਥੀ ਵੀ ਸਤਨਾਮ ਸਿੰਘ, ਗਜਿੰਦਰ ਸਿੰਘ, ਕਰਨ ਸਿੰਘ ਤੇ ਜਸਵੀਰ ਸਿੰਘ ਵੀ ਸੀ। ਤੇ ਉੱਥੋਂ ਉਹ ਫਲਾਈਟ IC 423 ਜੋ ਕਿ ਅੰਮ੍ਰਿਤਸਰ ਤੋਂ ਸ਼੍ਰੀਨਗਰ ਵੱਲ ਜਾਂਦੀ ਸੀ, ਉਸ ਦੀ ਉਡੀਕ ਕਰ ਰਹੇ ਸੀ ਤੇ ਇਹ ਪਿਛਲੇ 1 ਹਫ਼ਤੇ ਤੋਂ ਤੀਜੀ ਵਾਰ ਇਸ ਰੂਟ ਤੇ ਜਾ ਰਹੇ ਸੀ। ਜਦੋਂ ਇਹ ਫਲਾਈਟ ਦੇ ਅੰਦਰ ਗਏ ਤਾਂ ਇਹਨਾਂ ਨੇ ਸਾਰੇ ਲੋਕਾਂ ਨੂੰ ਦੇਖ ਲਿਆ ਤੇ ਜਦੋਂ ਫਲਾਈਟ ਹਵਾ ਵਿੱਚ ਗਈ ਤਾਂ ਗਜਿੰਦਰ ਤੇ ਜਸਵੀਰ ਆਪਣੀ ਸੀਟ ਉੱਤੋਂ ਉੱਠ ਕੇ ਬਾਥਰੂਮ ਕੋਲ ਜਾ ਕੇ ਖੜੇ ਹੋ ਗਏ। ਜਦੋਂ ਇੱਕ 에ਅਰ ਹੋਸਟਸ ਪਾਇਲਟ ਨੂੰ ਕਾਫੀ ਦੇਣ ਲਈ ਕਾਕਪਿਟ ਵਿੱਚ ਗਈ ਤਾਂ ਇਹ ਦੋਨੋਂ ਵੀ ਉੱਥੇ ਐਂਟਰ ਹੋ ਗਏ ਤੇ ਇਹਨਾਂ ਨੇ ਆਪਣੀ ਕਿਰਪਾਨ ਨੂੰ ਦੋਨੋਂ ਪਾਇਲਟ ਦੀ ਗਰਦਨ ਤੇ ਰੱਖ ਲਿਆ ਤੇ ਬਾਹਰ ਤੇਜਿੰਦਰ, ਸਤਨਾਮ ਤੇ ਕਰਨ ਸਿੰਘ ਵੀ ਖੜੇ ਹੋ ਗਏ ਤੇ ਤਿੰਨਾਂ ਨੇ ਆਪਣੀ ਕਿਰਪਾਨ ਕੱਢ ਲਈ ਤੇ ਕਰਨ ਸਿੰਘ ਨੇ ਕਿਰਪਾਨ ਆਪਣੇ ਗੁੱਟ ਤੇ ਮਾਰ ਕੇ ਖੂਨ ਵਾਲਾ ਹੱਥ ਉੱਤੇ ਚੁੱਕ ਕੇ ਇਹ ਸ਼ੋਅ ਕੀਤਾ ਕਿ ਹੁਣ ਇਹ ਮਾਮਲਾ ਕਾਫੀ ਗੰਭੀਰ ਹੋ ਗਿਆ ਹੈ। ਤੇ ਇਸ ਦੇ ਨਾਲ ਹੀ ਤੇਜਿੰਦਰ ਸਿੰਘ ਨੇ ਕੱਪੜੇ ਵਿੱਚ ਬੰਨੇ 3 ਗ੍ਰਨੇਡ ਦਿਖਾ ਕੇ ਉਹਨਾਂ ਨੂੰ ਜਹਾਜ਼ ਉਡਾਉਣ ਦੀ ਧਮਕੀ ਵੀ ਦਿੱਤੀ ਤੇ ਜਹਾਜ਼ ਨੂੰ ਲਾਹੌਰ ਲਿਜਾਣ ਲਈ ਕਿਹਾ ਤੇ ਇਹ ਜਹਾਜ਼ ਨੂੰ ਲਾਹੌਰ ਦੀ 에ਅਰਪੋਰਟ ਤੇ ਉਤਰਨ ਦੀ ਮਨਜ਼ੂਰੀ ਵੀ ਮਿਲ ਗਈ ਤੇ ਉੱਥੇ ਉਤਰਨ ਤੋਂ ਬਾਅਦ ਇੰਡੀਆ ਨੂੰ ਵੀ ਇਸ ਹਾਈਜੈਕ ਦੀ ਖਬਰ ਮਿਲੀ ਤੇ ਇੰਡੀਆ ਨੇ ਫਿਰ ਪਾਕਿਸਤਾਨ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਵਿੱਚ ਹਾਈ ਕਮਿਸ਼ਨ ਨੂੰ ਫੋਨ ਕੀਤਾ ਤੇ ਉੱਥੇ ਨਟਵਰ ਸਿੰਘ ਨੇ ਇਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਕੀਤੀ। ਜਹਾਜ਼ ਦੇ ਪਾਕਿਸਤਾਨ ਵਿੱਚ ਜਾਣ ਤੇ ਉੱਥੋਂ ਦੀ ਮਿਲਟਰੀ ਨੇ ਜਹਾਜ਼ ਨੂੰ ਆਲੇ ਦੁਆਲੇ ਤੋਂ ਘੇਰ ਲਿਆ ਤੇ ਉਹਨਾਂ ਨੇ ਰੈਸਕਿਊ ਪਲਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਹਾਈਜੈਕਰ ਨਾਲ ਗੱਲ ਕਰਨੀ ਸ਼ੁਰੂ ਕੀਤੀ, ਜਿਸ ਤੋਂ ਬਾਅਦ ਔਰਤਾਂ ਤੇ ਬੱਚਿਆਂ ਨੂੰ ਰਿਹਾ ਕਰ ਦਿੱਤਾ ਗਿਆ ਤੇ ਉਸੇ ਦਿਨ ਅੱਧੀ ਰਾਤ 12:30 ਦੇ ਕਰੀਬ ਰੈਸਕਿਊ ਕਰਨ ਦੀ ਇਜਾਜ਼ਤ ਮਿਲੀ, ਜਿਸ ਤੋਂ ਬਾਅਦ ਫੌਜੀ ਜਵਾਨਾਂ ਨੂੰ ਸਟਾਫ ਬਣਾ ਕੇ ਜਹਾਜ਼ ਵਿੱਚ ਭੇਜਿਆ ਗਿਆ ਤਾਂ ਜੋ ਉੱਥੋਂ ਦੇ ਹਾਲਾਤ ਦਾ ਜਾਇਜ਼ਾ ਲਿਆ ਜਾ ਸਕੇ। ਹਾਈਜੈਕਰਾਂ ਕੋਲ ਗਨ ਨਹੀਂ ਸੀ, ਪਰ ਉਹ ਬਾਰ-ਬਾਰ ਗ੍ਰਨੇਡ ਨਾਲ ਜਹਾਜ਼ ਉਡਾਉਣ ਦੀ ਧਮਕੀ ਦੇ ਰਹੇ ਸੀ ਤੇ ਇਸ ਦਾ ਮਿਲਟਰੀ ਨੂੰ ਖਤਰਾ ਸੀ। ਪਰ ਜੋ ਮਿਲਟਰੀ ਦੇ ਬੰਦੇ ਸਟਾਫ ਬਣਾ ਕੇ ਜਹਾਜ਼ ਵਿੱਚ ਭੇਜੇ ਗਏ, ਉਹਨਾਂ ਨੂੰ ਉਦੋਂ ਉੱਥੇ ਜਾ ਕੇ ਪਤਾ ਲੱਗਿਆ ਕਿ ਜੋ ਇਹ ਕੱਪੜੇ ਵਿੱਚ ਲਵੇਟੇ ਗ੍ਰਨੇਡ ਦਿਖਾ ਰਹੇ ਨੇ ਉਹ ਗ੍ਰਨੇਡ ਨਹੀਂ ਬਲਕਿ ਸੰਤਰੇ ਤੇ ਅਮਰੂਦ ਨੇ। ਸੋ ਉਹਨਾਂ ਨੇ ਸੰਤਰੇ ਤੇ ਅਮਰੂਦ ਨਾਲ ਹੀ ਸਭ ਨੂੰ ਉਲਝਾ ਲਿਆ ਸੀ। ਪਰ ਇਸ ਤੋਂ ਬਾਅਦ ਕਮਾਂਡੋਆਂ ਨੇ ਬਾਹਰ ਟੀਮ ਨੂੰ ਗ੍ਰੀਨ ਸਿਗਨਲ ਦੇ ਦਿੱਤਾ ਤੇ ਸਾਰੇ ਕਮਾਂਡੋ ਜਹਾਜ਼ ਵਿੱਚ ਵੜ ਗਏ ਤੇ ਉਹਨਾਂ ਨੇ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਤੇ ਸਾਰੇ ਯਾਤਰੀਆਂ ਨੂੰ ਸਹੀ ਸਲਾਮਤ ਬਚਾ ਵੀ ਲਿਆ ਗਿਆ ਤੇ ਇਸ ਤੋਂ ਬਾਅਦ ਇੰਡੀਆ ਤੋਂ ਇਹਨਾਂ ਸਾਰਿਆਂ ਨੂੰ ਇੰਡੀਆ ਭੇਜਣ ਦਾ ਪ੍ਰਸਤਾਵ ਰੱਖਿਆ ਗਿਆ, ਪਰ ਉਸ ਨੂੰ ਪਾਕਿਸਤਾਨ ਨੇ ਠੁਕਰਾ ਦਿੱਤਾ। ਉਹਨਾਂ ਨੇ ਹਾਈਜੈਕਰ ਇੰਡੀਆ ਨੂੰ ਨਹੀਂ ਦਿੱਤੇ। ਸੋ ਜਦੋਂ ਇਹਨਾਂ ਦੀ ਰਿਹਾਈ ਹੋਈ 1994 ਵਿੱਚ
ਤਾਂ ਪਾਕਿਸਤਾਨ ਗਵਰਨਮੈਂਟ ਤੇ ਇੰਡੀਅਨ ਗਵਰਨਮੈਂਟ ਦਾ ਪ੍ਰੈਸ਼ਰ ਸੀ ਕਿ ਇਹਨਾਂ ਨੂੰ ਇੰਡੀਆ ਭੇਜਿਆ ਜਾਵੇ। ਪਰ ਪਾਕਿਸਤਾਨ ਸਰਕਾਰ ਨੇ ਇੰਡੀਆ ਦੀ ਗੱਲ ਤਾਂ ਨਹੀਂ ਮੰਨੀ, ਪਰ ਇੰਡੀਆ ਦੇ ਪ੍ਰੈਸ਼ਰ ਕਾਰਨ ਉਹਨਾਂ ਨੇ ਇਹਨਾਂ ਨੂੰ ਇਹ ਕਹਿ ਦਿੱਤਾ ਕਿ ਤੁਸੀਂ 3 ਮਹੀਨੇ ਵਿੱਚ ਪਾਕਿਸਤਾਨ ਛੱਡ ਦਿਓ। ਤੇ ਹੁਣ ਇਹਨਾਂ ਸਿੰਘਾਂ ਨੂੰ 3 ਮਹੀਨੇ ਵਿੱਚ ਕਿਤੇ ਨਾ ਕਿਤੇ ਸੈਟਲਮੈਂਟ ਕਰਨੀ ਸੀ। ਤੇ ਜਿਸ ਤੋਂ ਬਾਅਦ ਸਰਦਾਰ ਗਜਿੰਦਰ ਸਿੰਘ ਜਰਮਨ ਗਏ, ਪਰ ਜਰਮਨ ਅਥਾਰਟੀਜ਼ ਨੇ ਉਹਨਾਂ ਨੂੰ ਡਿਪੋਰਟ ਕਰ ਦਿੱਤਾ ਤੇ ਜਿਸ ਤੋਂ ਬਾਅਦ ਉਹ ਜਿੱਥੋਂ ਆਏ ਸੀ ਉੱਥੇ ਹੀ ਵਾਪਸ ਚਲੇ ਗਏ। ਤੇ ਜਿਹੜੇ ਸਤਨਾਮ ਸਿੰਘ ਸੀ ਉਹ ਅਮਰੀਕਾ ਗਏ ਤੇ ਅਮਰੀਕਾ ਉਹਨਾਂ ਦੀ 에ਅਰਪੋਰਟ ਤੇ ਗ੍ਰਿਫਤਾਰੀ ਹੋਈ, ਜਿਸ ਤੋਂ ਬਾਅਦ ਉਹਨਾਂ ਨੂੰ ਡਿਟੈਂਸ਼ਨ ਸੈੱਲ ਵਿੱਚ ਭੇਜ ਦਿੱਤਾ ਗਿਆ ਤੇ ਉਹਨਾਂ ਨੇ ਜ਼ਾਲਮ ਦਾ ਕੇਸ ਲਾਇਆ। 14 ਸਾਲ ਦੀ ਜੇਲ੍ਹ ਕੱਟਣ ਤੋਂ ਬਾਅਦ ਪਾਕਿਸਤਾਨ ਦੀ ਉਹ ਅਮਰੀਕਾ ਵਿੱਚ ਗਏ ਤੇ ਅਮਰੀਕਾ ਵਿੱਚ ਦੁਬਾਰਾ ਫਿਰ 3 ਸਾਲ ਦੀ ਜੇਲ੍ਹ ਕੱਟੀ, ਪਰ ਅਮਰੀਕਾ ਦੀ ਜੇਲ੍ਹ ਕੱਟਦੇ ਹੋਏ ਉਹਨਾਂ ਦਾ ਕੇਸ ਰਿਜੈਕਟ ਹੋ ਗਿਆ ਤੇ ਉਹਨਾਂ ਨੂੰ ਵੀ ਡਿਪੋਰਟ ਕਰ ਦਿੱਤਾ ਗਿਆ। ਤੇ ਤੇਜਿੰਦਰਪਾਲ ਕੈਨੇਡਾ ਗਏ, ਉੱਥੇ ਉਹਨਾਂ ਦਾ ਵੀ ਕੇਸ ਰਿਜੈਕਟ ਹੋ ਗਿਆ ਤੇ ਉਹ ਵੀ ਡਿਪੋਰਟ ਇੰਡੀਆ ਨੂੰ ਕਰ ਦਿੱਤੇ ਗਏ। ਤੇਜਿੰਦਰਪਾਲ 98 ਦੇ ਵਿੱਚ ਇੰਡੀਆ ਆ ਗਏ ਸੀ ਤੇ ਸਤਨਾਮ ਸਿੰਘ ਅਗਸਤ 1999 ਦੇ ਵਿੱਚ ਇੰਡੀਆ ਵਾਪਸ ਆ ਗਏ। ਤੇ ਕਰਨ ਸਿੰਘ ਜਸਵੀਰ ਸਿੰਘ ਸਵਿਟਜ਼ਰਲੈਂਡ ਗਏ, ਉੱਥੇ ਉਹਨਾਂ ਨੇ ਅਜ਼ਾਇਲਮ ਅਪਲਾਈ ਕੀਤੀ, ਪਰ ਕਾਫੀ ਜੱਦੋ-ਜਹਿਦ ਕਰਨ ਤੋਂ ਬਾਅਦ ਉਹਨਾਂ ਨੂੰ ਕੁਝ ਸਾਲ ਬਾਅਦ ਸਵਿਟਜ਼ਰਲੈਂਡ ਵਿੱਚ ਅਜ਼ਾਇਲਮ ਮਿਲ ਗਈ ਤੇ ਜਿਸ ਤੋਂ ਬਾਅਦ ਉਹ ਦੋਨੋਂ ਸਵਿਟਜ਼ਰਲੈਂਡ ਵਿੱਚ ਹੀ ਰਹਿ ਰਹੇ ਨੇ। ਪਰ ਇੰਡੀਆ ਆਉਣ ਤੋਂ ਕਈ ਸਾਲ ਬਾਅਦ ਇਹਨਾਂ ਤੇ ਮੁਕੱਦਮਾ ਦੁਬਾਰਾ ਸ਼ੁਰੂ ਹੁੰਦਾ। ਇੱਥੇ ਆ ਕੇ ਵੀ ਇਹਨਾਂ ਉੱਤੇ ਮੁਕੱਦਮਾ ਚੱਲਿਆ, ਪਰ ਇਹਨਾਂ ਦੇ ਵਕੀਲ ਨੇ ਕੋਰਟ ਵਿੱਚ ਇਹ ਦਲੀਲ ਦਿੱਤੀ ਕਿ ਇਹ ਮਾਮਲੇ ਵਿੱਚ ਇਹ ਪਾਕਿਸਤਾਨ ਵਿੱਚ ਪਹਿਲਾਂ ਹੀ ਸਜ਼ਾ ਕੱਟ ਚੁੱਕੇ ਨੇ, ਸੋ ਇੱਕ ਮਾਮਲੇ ਵਿੱਚ 2 ਵਾਰੀ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਤੇ ਜਿਸ ਤੋਂ ਬਾਅਦ ਇਹ ਕੇਸ 2018 ਤੱਕ ਚੱਲਿਆ, ਪਰ ਦਿੱਲੀ ਦੀ ਕੋਰਟ ਨੇ ਇਹਨਾਂ ਨੂੰ 2018 ਵਿੱਚ ਬਰੀ ਕਰ ਦਿੱਤਾ। ਤੇ ਇਹ ਹਾਈਜੈਕ ਕੀਤਾ ਕਿਉਂ ਗਿਆ ਸੀ, ਇਸ ਪਿੱਛੇ ਦੀ ਇੱਕ ਕਹਾਣੀ ਇਹ ਵੀ ਦੱਸੀ ਜਾਂਦੀ ਹੈ ਕਿ ਅਸਲ ਵਿੱਚ ਇਸ ਤੋਂ ਕੁਝ ਦਿਨ ਪਹਿਲਾਂ ਹੀ ਪੰਜਾਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਲਾਲਾ ਜਗਤ ਨਾਰਾਇਣ ਦੀ ਹੱਤਿਆ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਹ ਪੰਜੇ ਚਾਹੁੰਦੇ ਸੀ ਕਿ ਭਿੰਡਰਾਂਵਾਲਿਆਂ ਦੀ ਰਿਹਾਈ ਹੋਵੇ ਤੇ ਜਿਹੜੇ 19 ਸਿੱਖ ਉੱਥੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਮੇਨ ਕਾਰਨ ਇਹ ਸੀ ਕਿ ਪੂਰੀ ਦੁਨੀਆ ਨੂੰ ਤੇ ਇੰਡੀਆ ਨੂੰ ਦੱਸਣਾ ਕਿ ਪੰਜਾਬ ਵਿੱਚ ਸਾਡੇ ਨਾਲ ਕੀ ਹੋ ਰਿਹਾ ਹੈ। ਸੋ ਇਸ ਕਰਕੇ ਉਹ ਕੋਈ ਵੀ ਆਪਣੇ ਨਾਲ ਹਥਿਆਰ ਨਹੀਂ ਲੈ ਕੇ ਗਏ ਤੇ ਨਾ ਹੀ ਕਿਸੇ ਵੀ ਪੈਸੇਂਜਰ ਨੂੰ ਨੁਕਸਾਨ ਪਹੁੰਚਾਇਆ। ਇਸ ਕਾਰਨ ਇਹਨਾਂ ਨੇ ਇਹ ਜਹਾਜ਼ ਹਾਈਜੈਕ ਕੀਤਾ। ਹਾਈਜੈਕਰ ਆਪਣੀ ਕੋਸ਼ਿਸ਼ ਵਿੱਚ ਅਸਫਲ ਰਹੇ, ਪਰ ਭਿੰਡਰਾਂਵਾਲਿਆਂ ਨੂੰ ਕੁਝ ਦਿਨਾਂ ਬਾਅਦ ਹੀ ਜ਼ਮਾਨਤ ਮਿਲ ਗਈ ਸੀ। ਪਰ ਹੁਣ ਇਹ ਹਾਈਜੈਕ ਤੋਂ ਬਾਅਦ ਕਹਾਣੀ ਇਹ ਬਣ ਗਈ ਕਿ ਜਹਾਜ਼ ਵਿੱਚ ਸਿੱਖਾਂ ਦੀਆਂ ਕਿਰਪਾਨਾਂ ਬੈਨ ਕਰਨ ਦੀ ਗੱਲ ਹੋਣ ਲੱਗੀ। ਹੁਣ ਕਈਆਂ ਦੇ ਦਿਮਾਗਾਂ ਵਿੱਚ ਇਹ ਵੀ ਆਇਆ ਹੋਵੇਗਾ ਕਿ ਉਹ ਕਿਰਪਾਨ ਲੈ ਕੇ ਜਹਾਜ਼ ਵਿੱਚ ਕਿਵੇਂ ਗਏ। ਅਸਲ ਵਿੱਚ ਉਸ ਸਮੇਂ ਕਿਰਪਾਨ ਲਿਜਾਣ ਦੀ ਅਨੁਮਤੀ ਸਿੱਖਾਂ ਨੂੰ ਹੁੰਦੀ ਸੀ, ਪਰ ਇਹ ਮਸਲੇ ਤੋਂ ਬਾਅਦ ਇਸ ਤੇ ਗੌਰ ਕੀਤਾ ਗਿਆ ਕਿ ਕੱਲ ਨੂੰ ਕੋਈ ਸਿੱਖਾਂ ਦਾ ਨਾਮ ਲੈ ਕੇ ਇਸ ਤਰ੍ਹਾਂ ਦਾ ਕੋਈ ਵੱਡਾ ਮਸਲਾ ਖੜਾ ਨਾ ਕਰ ਦਵੇ, ਜਾਂ ਕਹਿ ਲਓ ਕਿ ਕੋਈ ਵੱਡਾ ਹਮਲਾ ਪਲਾਨ ਨਾ ਕਰ ਲਵੇ। ਪਰ ਹੁਣ ਸਿੱਖ ਡੋਮੈਸਟਿਕ ਫਲਾਈਟ ਵਿੱਚ ਹੀ ਕਿਰਪਾਨ ਲਿਜਾ ਸਕਦੇ ਨੇ, ਉਹ ਵੀ ਸਿਰਫ ਚੈੱਕ ਇਨ ਬੈਗ ਵਿੱਚ। ਇਨ ਪਰਸਨ ਜਾਂ ਹੈਂਡ ਬੈਗ ਵਿੱਚ ਕਿਰਪਾਨ ਨਹੀਂ ਲਿਜਾ ਸਕਦੇ, ਮਤਲਬ ਉਹ ਹਿੱਸੇ ਵਿੱਚ ਨਹੀਂ ਲਿਜਾ ਸਕਦੇ ਜਿਹੜੇ ਹਿੱਸੇ ਵਿੱਚ ਸੀਟਾਂ ਹੁੰਦੀਆਂ ਨੇ। ਪਰ 2022 ਵਿੱਚ ਸਰਕਾਰ ਨੇ ਸਿੱਖਾਂ ਨੂੰ ਕਿਰਪਾਨ ਲਿਜਾਣ ਦੀ ਅਨੁਮਤੀ ਦਿੱਤੀ ਹੈ, ਉਸ ਦੇ ਡਾਈਮੈਂਸ਼ਨ ਤੇ ਸਾਈਜ਼ ਫਿਕਸ ਹੈ। ਪਰ ਜਦੋਂ ਇਹ ਗੱਲ ਹਵਾ ਵਾਂਗ ਫੈਲੀ ਕਿ ਸਿੱਖਾਂ ਦੀ ਕਿਰਪਾਨ ਜਹਾਜ਼ ਵਿੱਚ ਬੈਨ ਹੋਣੀ ਚਾਹੀਦੀ ਹੈ, ਤਾਂ ਫਿਰ ਬੰਗਲਾਦੇਸ਼ ਵਿੱਚ ਬੈਠੇ ਸਿੱਖ ਨੇ ਇਹ ਗੱਲ ਸੁਣੀ, ਜਿਨ੍ਹਾਂ ਦਾ ਨਾਮ ਸੀ ਗੁਰਬਖਸ਼ ਸਿੰਘ, ਤੇ ਉਹਨਾਂ ਦਾ ਮੰਨਣਾ ਸੀ ਕਿ ਜਹਾਜ਼ ਨੂੰ ਹਾਈਜੈਕ ਕਰਨ ਲਈ ਕਿਸੇ ਨੁਕੀਲੀ ਚੀਜ਼ ਜਾਂ ਹਥਿਆਰ ਦੀ ਲੋੜ ਨਹੀਂ, ਬਲਕਿ ਉਹ ਤਾਂ ਕਿਸੇ ਵੀ ਚੀਜ਼ ਨਾਲ ਹਾਈਜੈਕ ਕੀਤਾ ਜਾ ਸਕਦਾ ਹੈ ਤੇ ਇਹ ਚੀਜ਼ ਨੂੰ ਉਹ ਸਿੱਧ ਕਰਨ ਲਈ ਭਾਰਤ ਆਏ। ਗੁਰਬਖਸ਼ ਸਿੰਘ ਬੰਗਲਾਦੇਸ਼ ਦੇ ਗੁਰੂ ਘਰ ਵਿੱਚ ਗ੍ਰੰਥੀ ਦੀ ਸੇਵਾ ਕਰਦੇ ਸੀ। ਉਹ 4 ਅਗਸਤ 1982 ਵਿੱਚ ਭਾਰਤ ਆਏ ਤੇ ਸਵੇਰੇ 10 ਵਜੇ ਦੇ ਕਰੀਬ ਦਿੱਲੀ ਦੇ ਹਵਾਈ ਅੱਡੇ ਪਰ ਗਏ। ਇੱਥੋਂ ਉਹਨਾਂ ਨੇ ਦਿੱਲੀ ਤੋਂ ਅੰਮ੍ਰਿਤਸਰ ਹੋ ਕੇ ਸ਼੍ਰੀਨਗਰ ਜਾਣ ਵਾਲੀ ਫਲਾਈਟ IC 423 ਚੁਣੀ, ਜਿਸ ਵਿੱਚ 135 ਲੋਕ ਸਵਾਰ ਸੀ। ਜਦੋਂ ਪਾਇਲਟ ਜਹਾਜ਼ ਨੂੰ ਹਵਾ ਵਿੱਚ ਲਿਜਾ ਕੇ ਆਟੋ ਪਾਇਲਟ ਮੋਡ ਤੇ ਲਾਉਣ ਵਾਲਾ ਹੀ ਸੀ ਤਾਂ ਉਦੋਂ ਹੀ ਗੁਰਬਖਸ਼ ਸਿੰਘ ਬਾਥਰੂਮ ਜਾਣ ਦੇ ਬਹਾਨੇ ਕਾਕਪਿਟ ਦੇ ਗੇਟ ਕੋਲ ਜਾ ਕੇ ਖੜ ਗਏ ਤੇ ਉੱਥੇ 에ਅਰ ਹੋਸਟਸ ਨੂੰ ਫੜ ਕੇ ਪੀਲੇ ਕੱਪੜੇ ਵਿੱਚ ਲਪੇਟਿਆ ਬੰਬ ਦਿਖਾ ਕੇ ਕਾਕਪਿਟ ਦਾ ਦਰਵਾਜ਼ਾ ਖੁਲਵਾ ਲਿਆ ਤੇ ਹੁਣ ਗੁਰਬਖਸ਼ ਸਿੰਘ ਨੇ ਪਾਇਲਟ ਨੂੰ ਜਹਾਜ਼ ਲਾਹੌਰ ਲਿਜਾਣ ਲਈ ਕਿਹਾ ਤੇ ਜਦੋਂ ਪਾਇਲਟ ਨੇ ਮਨਾ ਕੀਤਾ ਤਾਂ ਉਸ ਨੇ ਕਿਹਾ ਕਿ ਮੈਂ ਜਹਾਜ਼ ਨੂੰ ਬੰਬ ਨਾਲ ਉਡਾ ਦੇਵਾਂਗਾ ਤੇ ਇਹ ਬੰਬ ਤੂੰ ਮੇਰੇ ਹੱਥ ਵਿੱਚ ਦੇਖ ਸਕਦਾ ਹੈ। ਤੇ ਇਸ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਲਾਹੌਰ ਵੱਲ ਮੋੜ ਲਿਆ, ਪਰ ਲਾਹੌਰ ਦੀ 에ਅਰਪੋਰਟ ਅਥਾਰਟੀ ਨੇ ਜਹਾਜ਼ ਨੂੰ 에ਅਰਪੋਰਟ ਤੇ ਉਤਰਨ ਲਈ ਮਨਾ ਕਰ ਦਿੱਤਾ। ਉਹਨਾਂ ਨੂੰ ਆਪਣਾ ਡਰ ਸੀ ਕਿ ਕਿਤੇ ਕੋਈ ਹੋਰ ਹੀ ਕਾਂਡ ਨਾ ਹੋ ਜੇ। ਤੇ ਜਦੋਂ ਗੁਰਬਖਸ਼ ਸਿੰਘ ਨੇ ਪਾਇਲਟ ਤੇ ਜ਼ੋਰ ਪਾਇਆ ਤਾਂ ਜਹਾਜ਼ ਨੂੰ ਧੱਕੇ ਨਾਲ 에ਅਰਪੋਰਟ ਤੇ ਉਤਾਰਨ ਲੱਗੇ ਤੇ 에ਅਰਪੋਰਟ ਵਾਲਿਆਂ ਨੇ ਰਨਵੇ ਤੇ ਤੇਲ ਦੇ ਟੈਂਕਰ ਖੜੇ ਕਰ ਦਿੱਤੇ ਕਿ ਜਹਾਜ਼ ਉਤਰੇ ਤੇ ਨਾਲ ਦੀ ਨਾਲ ਬਲਾਸਟ ਹੋ ਜੇ। ਇਸ ਕਰਕੇ ਜਹਾਜ਼ ਹੁਣ ਉੱਥੇ ਨਹੀਂ ਉਤਾਰਿਆ ਜਾ ਸਕਦਾ ਸੀ
ਤੇ ਪਾਇਲਟ ਨੇ ਗੁਰਬਖਸ਼ ਸਿੰਘ ਨੂੰ ਕਿਹਾ ਕਿ ਜਹਾਜ਼ ਵਿੱਚ ਤੇਲ ਖਤਮ ਹੋਣ ਵਾਲਾ ਹੈ, ਇਸ ਨੂੰ ਜਲਦੀ ਤੋਂ ਜਲਦੀ ਨੇੜੇ ਦੇ 에ਅਰਪੋਰਟ ਤੇ ਉਤਾਰਨਾ ਪਵੇਗਾ ਤੇ ਹੁਣ ਸਭ ਤੋਂ ਨੇੜੇ 에ਅਰਪੋਰਟ ਅੰਮ੍ਰਿਤਸਰ ਦਾ ਹੈ। ਜਿਸ ਤੋਂ ਬਾਅਦ ਗੁਰਬਖਸ਼ ਸਿੰਘ ਮੰਨ ਗਿਆ ਤੇ ਜਹਾਜ਼ ਨੂੰ ਅੰਮ੍ਰਿਤਸਰ 에ਅਰਪੋਰਟ ਤੇ ਉਤਾਰਿਆ ਗਿਆ ਤੇ ਉਤਰਦੇ ਹੀ ਗੁਰਬਖਸ਼ ਸਿੰਘ ਨੇ ਆਪਣੀ ਮੰਗ ਸਰਕਾਰ ਅੱਗੇ ਰੱਖੀ। ਉਸ ਨੇ ਕਿਹਾ ਕਿ ਉਹ ਅਗਲੀ ਕੋਈ ਵੀ ਗੱਲ ਅਕਾਲੀ ਦਲ ਦੇ ਉਸ ਸਮੇਂ ਦੇ ਮੁਖੀ ਹਰਚਰਨ ਸਿੰਘ ਲੌਂਗੋਵਾਲ ਤੇ ਸੰਤ ਭਿੰਡਰਾਂ ਵਾਲਿਆਂ ਦੇ ਪ੍ਰਤੀਨਿਧੀਆਂ ਦੀ ਮੌਜੂਦਗੀ ਵਿੱਚ ਹੀ ਕਰੇਗਾ। ਅਗਲੀ ਸ਼ਰਤ ਸੀ ਕਿ ਪੰਜਾਬ ਦੀ ਵਿਧਾਨ ਸਭਾ ਨੂੰ ਤੁਰੰਤ ਭੰਗ ਕੀਤਾ ਜਾਵੇ ਤੇ 1981 ਦੇ ਪਲੇਨ ਹਾਈਜੈਕਰ ਗਜੇਂਦਰ ਸਿੰਘ ਨੂੰ ਰਿਹਾ ਕੀਤਾ ਜਾਵੇ ਤੇ ਆਲ ਇੰਡੀਆ ਰੇਡੀਓ ਉੱਤੇ ਉਸ ਦਾ ਸੰਬੋਧਨ ਵੀ ਕਰਵਾਇਆ ਜਾਵੇ, ਤਾਂ ਹੀ ਉਹ ਯਾਤਰੀਆਂ ਨੂੰ ਛੱਡੇਗਾ। ਤੇ ਦੂਜੇ ਪਾਸੇ ਸੈਂਟਰ ਸਰਕਾਰ ਕਮਾਂਡੋ ਕਾਰਵਾਈ ਦਾ ਪਲਾਨ ਬਣਾਉਣ ਲੱਗੇ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਹਰਚਰਨ ਸਿੰਘ ਤੇ ਪ੍ਰਕਾਸ਼ ਸਿੰਘ ਮਜੀਠੀਆ 에ਅਰਪੋਰਟ ਤੇ ਪਹੁੰਚੇ ਤੇ ਤਕਰੀਬਨ 2 ਘੰਟੇ ਤੱਕ ਇਹਨਾਂ ਨੇ ਗੁਰਬਖਸ਼ ਸਿੰਘ ਨਾਲ ਗੱਲਬਾਤ ਕੀਤੀ ਤੇ ਜਿਸ ਤੋਂ ਬਾਅਦ ਗੁਰਬਖਸ਼ ਸਿੰਘ ਆਤਮ ਸਮਰਪਣ ਕਰ ਦਿੰਦੇ ਨੇ। ਤੇ ਜਦੋਂ ਉਹਨਾਂ ਨੇ ਜਹਾਜ਼ ਤੋਂ ਥੱਲੇ ਆ ਕੇ ਬੰਬ ਤੋਂ ਕੱਪੜਾ ਉਠਾਇਆ ਤਾਂ ਸਾਰੇ ਹੈਰਾਨ ਰਹਿ ਗਏ, ਕਿਉਂਕਿ ਉਹਨਾਂ ਨੇ ਕੱਪੜੇ ਵਿੱਚ ਇੱਕ ਪਲਾਸਟਿਕ ਦੀ ਬਾਲ ਲਪੇਟੀ ਹੋਈ ਸੀ। ਸੋ ਉਹਨਾਂ ਨੇ ਇੱਕ ਬਾਲ ਦੇ ਨਾਲ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ ਤੇ ਉਸਨੇ ਇਹ ਸਾਬਤ ਕਰਨਾ ਸੀ ਕਿ ਜਹਾਜ਼ ਨੂੰ ਕੇਵਲ ਸਿੱਖਾਂ ਦੀ ਕਿਰਪਾਨ ਤੋਂ ਹੀ ਖਤਰਾ ਨਹੀਂ ਬਲਕਿ ਇੱਕ ਬਾਲ ਨਾਲ ਵੀ ਹਾਈਜੈਕ ਕੀਤਾ ਜਾ ਸਕਦਾ ਹੈ ਤੇ ਜੇਕਰ ਬਾਲ ਨਾਲ ਹਾਈਜੈਕ ਕੀਤਾ ਜਾ ਸਕਦਾ ਤਾਂ ਇਸ ਤਰ੍ਹਾਂ ਕਿਸੇ ਵੀ ਚੀਜ਼ ਨਾਲ ਹਾਈਜੈਕ ਕੀਤਾ ਜਾ ਸਕਦਾ ਹੈ ਜੇ ਕਿਸੇ ਨੇ ਕਰਨਾ ਹੀ ਹੋਵੇ। ਸੋ ਇਹ ਉਹਨਾਂ ਦੇ ਆਪਣੇ ਪੁਆਇੰਟ ਆਫ ਵਿਊ ਸੀ। ਇਹ ਮਾਮਲੇ ਵਿੱਚ ਗੁਰਬਖਸ਼ ਸਿੰਘ ਨੂੰ 2.5 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸੋ ਲਾਸਟ ਵਿੱਚ ਗੱਲ ਕਰਦੇ ਹਾਂ, ਇੱਛਾਵਾਂ ਕਾਰਨ ਹੀ ਮਨੁੱਖ ਨੇ ਵਿਕਾਸ ਕੀਤਾ ਹੈ। ਜੇ ਇੱਛਾਵਾਂ ਨਾ ਹੁੰਦੀਆਂ ਤਾਂ ਮਨੁੱਖ ਅੱਜ ਵੀ ਗੁਫਾਵਾਂ ਵਿੱਚ ਹੀ ਰਹਿ ਰਿਹਾ ਹੁੰਦਾ। ਸੋ ਜੇ ਤੁਹਾਡੇ ਕੋਲ ਵੀ ਇੱਛਾਵਾਂ ਨੇ ਤਾਂ ਤੁਸੀਂ ਵਿਕਾਸ ਕਰਦੇ ਰਹੋਗੇ। ਜਦੋਂ ਬੰਦੇ ਦੀਆਂ ਇੱਛਾਵਾਂ ਮੁੱਕ ਜਾਂਦੀਆਂ ਨੇ ਉਸ ਤੋਂ ਬਾਅਦ ਉਸ ਦਾ ਵਿਕਾਸ ਹੋਣਾ ਬੰਦ ਹੋ ਜਾਂਦਾ ਹੈ। ਜਿਵੇਂ ਪਾਗਲ ਅਵਸਥਾ ਵਿੱਚ ਬੰਦਾ ਬੇਸ਼ੱਕ ਮਹਿਲ ਵਿੱਚ ਬੈਠਾ ਵੀ ਫਕੀਰ ਹੀ ਹੋਵੇਗਾ ਤੇ ਸੜਕ ਤੇ ਬੈਠਾ ਵੀ ਉਹ ਆਪਣੇ ਆਪ ਨੂੰ ਰਾਜਾ ਮੰਨੇਗਾ, ਕਿਉਂਕਿ ਉਹ ਅਵਸਥਾ ਵਿੱਚ ਬੰਦੇ ਦੀਆਂ ਇੱਛਾਵਾਂ ਖਤਮ ਹੋ ਚੁੱਕੀਆਂ ਹੁੰਦੀਆਂ ਨੇ। ਸੋ ਜੇਕਰ ਤੁਹਾਨੂੰ ਇਹ ਇਨਫੋਰਮੇਸ਼ਨ ਵਧੀਆ ਲੱਗੀ ਤਾਂ ਇੱਕ ਸ਼ੇਅਰ ਜ਼ਰੂਰ ਕਰ ਦਿਓ। ਤੁਹਾਡੇ ਇੱਕ ਸ਼ੇਅਰ ਨਾਲ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ। ਸੋ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਲੈਣ ਲਈ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਉੱਤੇ ਫੋਲੋ ਕਰ ਲਿਓ। ਉੱਥੇ ਹਰ ਰੋਜ਼ ਮੋਟੀਵੇਸ਼ਨ ਦਾ ਡੋਜ਼ ਮਿਲਦਾ ਹੈ। ਸੋ ਨਵੇਂ ਦੋਸਤਾਂ ਨੂੰ ਬੇਨਤੀ ਹੈ ਕਿ ਹੋ ਸਕੇ ਤਾਂ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੀ ਨਾਲ ਬੈਲ ਦਾ ਬਟਨ ਜ਼ਰੂਰ ਦਬ ਲਿਓ ਤਾਂ ਜੋ ਸਾਡੀ ਨਵੀਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ। ਥੈਂਕ ਯੂ, ਧੰਨਵਾਦ।